पंजवें पदे दियां अखीरलियां तुकां च समझाउंदे ने, कर किरपा जिस अपने नाम लाए, नानक चौथे पद में सो जनगत पाए। मेहर करके अपनी किरपा करके मालिक जिन्हां नूं अपने नाम विच जोड़दा है। हे नानक, ਉਹ ਮਨੁੱਖ ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ, ਇਹਨਾਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦੇ ਨੇ। ਨਾਨਕ ਚੌਥੇ ਪਦ ਮੈਂ, ਚੌਥੇ ਪਦ ਵਿੱਚ ਸੋ ਜਨ ਉਹ ਮਨੁੱਖ ਗਤ ਪਾਏ। ਗਤ ਉੱਚੀ ਆਤਮਿਕ ਅਵਸਥਾ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਲੈਣ ਵਾਸਤੇ ਆਪਾਂ ਮਹਾਰਾਜ ਦੀ ਸੰਗਤ ਵਿੱਚ ਜੁੜਨਾ ਕਰਦੇ ਹਾਂ। ਇਤਿਹਾਸ ਦੇ ਵਿੱਚ ਇੱਕ ਸਾਖੀ ਭਾਈ ਰੂਪਾ ਜੀ ਤੇ ਭਾਈ ਸਾਧੂ ਦੀ ਜੰਗਲ ਦੇ ਵਿੱਚ ਲੱਕੜਾਂ ਕੱਟ ਰਹੇ ਨੇ। ਜਦੋਂ ਘੜੇ ਦੇ ਵਿੱਚੋਂ ਜਲ ਛਕਣ ਲੱਗੇ, ਜਲ ਠੰਡਾ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਯਾਦ ਕੀਤਾ, ਸਾਹਿਬ ਦੀ ਕਿਰਪਾ ਕਰੋ, ਬਖਸ਼ਿਸ਼ ਕਰੋ, ਪਹਿਲਾਂ ਤੁਸੀਂ ਆ ਕੇ ਠੰਡਾ ਜਲ ਛਕੋ। ਸਤਿਗੁਰੂ ਜੀ ਉਸ ਨਗਰ ਵਿੱਚ ਪਹਿਲਾਂ ਹੀ ਪਹੁੰਚੇ ਹੋਏ ਸਨ। ਜਦੋਂ ਇਹਨਾਂ ਸਿੱਖਾਂ ਨੇ ਅਰਦਾਸ ਕੀਤੀ, ਕਿਉਂਕਿ ਸਤਿਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰੂ ਜੀ ਸਾਡੇ ਅੰਦਰ ਦੀ ਅਵਸਥਾ ਨੂੰ ਜਾਣਦੇ ਨੇ। ਜਦੋਂ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕੀਤੀ, ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਭਾਈ ਸਾਧੂ ਜੀ, ਭਾਈ ਰੂਪਾ ਜੀ ਦੇ ਕੋਲ ਪਹੁੰਚੇ ਨੇ। ਸਤਿਗੁਰਾਂ ਦੇ ਦਿਦਾਰੇ ਇਹਨਾਂ ਦੋਨਾਂ ਪਿਓ ਤੇ ਪੁੱਤਰਾਂ ਨੇ ਕੀਤੇ ਨੇ। ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤ ਨੇ। ਸਾਹਿਬ ਨੂੰ ਠੰਡਾ ਜਲ ਛਕਾਇਆ। ਸਤਿਗੁਰਾਂ ਨੇ ਹੁਣ ਦੋਨਾਂ ਪਿਓ ਤੇ ਪੁੱਤ ਦੀ ਸੇਵਾ ਲਾ ਦਿੱਤੀ ਕਿ ਜਿੱਥੇ ਕਿਤੇ ਵੀ ਸੰਗਤਾਂ ਜੁੜਨ, ਕੀਰਤਨ ਕਥਾ ਸਮਾਗਮ ਹੋਵੇ, ਤੁਸੀਂ ਉਸ ਜਗ੍ਹਾ ਠੰਡੇ ਜਲ ਦੀ ਸੇਵਾ ਕਰਨੀ ਹੈ। ਸਤਿਗੁਰੂ ਦੇ ਬਚਨਾਂ ਨੂੰ ਮੰਨਦਿਆਂ ਬੜੀ ਸ਼ਰਧਾ ਭਾਵਨਾ ਨਾਲ ਇਹ ਸੇਵਾ ਕਰਦੇ ਨੇ। ਹਸਤੀ ਸਿਰ ਜਿਉ ਅੰਕਸ਼ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਊਪੀ ਸੇਵ ਕਰੇ। ਇਦਾਂ ਪਾਤਸ਼ਾਹ ਕਹਿੰਦੇ ਤੂੰ ਸੇਵਾ ਕਰਨੀ, ਆਪਣਾ ਮਨ ਤੇ ਆਪਣਾ ਤਨ ਰੱਖ ਕੇ। ਭਾਈ ਰੂਪਾ ਜੀ, ਭਾਈ ਸਾਧੂ ਜੀ ਜਿੱਥੇ ਵੀ ਕਿਤੇ ਸਮਾਗਮ, ਕਥਾ, ਕੀਰਤਨ, ਸੰਗਤਾਂ ਜੁੜਦੀਆਂ ਨੇ ਤੇ ਭਾਈ ਰੂਪਾ ਜੀ, ਭਾਈ ਸਾਧੂ ਜੀ ਠੰਡੇ ਜਲ ਦੀ ਸੇਵਾ ਕਰਦੇ ਨੇ। ਸਮਾਂ ਬੀਤਦਾ ਗਿਆ, ਇਹ ਸੇਵਾ ਦੇ ਵਿੱਚ ਜੁਟੇ ਰਹੇ। ਭਾਈ ਰੂਪਾ ਜੀ ਦੇ ਪਿਤਾ ਸਾਧੂ ਜੀ ਚੜ੍ਹਾਈ ਕਰ ਗਏ ਨੇ, ਪਰ ਭਾਈ ਰੂਪੇ ਦੀ ਸੇਵਾ ਨਿਰੰਤਰ ਜਾਰੀ ਰਹੀ। ਛੇਵੇਂ ਪਾਤਸ਼ਾਹ ਨੇ ਜੋ ਸੇਵਾ ਲਈ ਹੈ, ਭਾਈ ਰੂਪਾ ਜੀ ਕਰਦੇ ਰਹੇ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਭਾਈ ਰੂਪਾ ਜੀ ਸੇਵਾ ਕਰਦੇ ਰਹੇ। ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਭਾਈ ਰੂਪੇ ਨੂੰ ਸੇਵਾ ਕਰਦਿਆਂ ਵੇਖਿਆ, ਗੁਰੂ ਪਾਤਸ਼ਾਹ ਜੀ ਬੜੇ ਖੁਸ਼ ਹੋਏ ਤੇ ਭਾਈ ਰੂਪੇ ਨੂੰ ਕਹਿਣਾ ਕੀਤਾ ਕਿ ਭਾਈ ਰੂਪਾ ਜੀ, ਜਿਹੜੀ ਵੀ ਤੁਸੀਂ ਮੰਗ ਮੰਗੋਗੇ ਉਹ ਮੰਗ ਆਪਾਂ ਤੁਹਾਡੀ ਝੋਲੀ 'ਚ ਪਾ ਦੇਵਾਂਗੇ। ਤੁਸੀਂ ਬੜੇ ਸਮੇਂ ਤੋਂ ਸੇਵਾ ਕਰ ਰਹੇ ਹੋ। ਭਾਈ ਰੂਪਾ ਜੀ ਕਹਿਣ ਲੱਗਾ, ਪਾਤਸ਼ਾਹ ਮੈਨੂੰ ਕੁਝ ਸਮਾਂ ਦਿਓ, ਮੈਂ ਸਲਾਹ ਕਰ ਲਵਾਂ, ਫਿਰ ਮੈਂ ਤੁਹਾਡੇ ਕੋਲੋਂ ਮੰਗ ਮੰਗਾਂਗਾ। ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ
ਆਪਣੇ ਮਿੱਤਰਾਂ ਕੋਲ ਪਹੁੰਚਿਆ। ਮਿੱਤਰਾਂ ਨੂੰ ਜਾ ਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਮੇਰੀ ਸੇਵਾ ਤੋਂ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ, ਤੇ ਤੁਸੀਂ ਦੱਸੋ ਸਤਿਗੁਰਾਂ ਕੋਲੋਂ ਮੈਂ ਕਿਹੜੀ ਮੰਗ ਮੰਗਾ। ਤੇ ਭਾਈ ਰੂਪੇ ਦੇ ਮਿੱਤਰ ਆਖਣ ਲੱਗੇ ਕਿ ਜੇ ਸਤਿਗੁਰੂ ਜੀ ਖੁਸ਼ ਨੇ ਤੇ ਤੁਸੀਂ ਗੁਰੂ ਜੀ ਦੇ ਕੋਲੋਂ ਫੌਜ ਮੰਗ ਲਓ। ਭਾਈ ਰੂਪਾ ਜੀ ਆਪਣੇ ਮਿੱਤਰਾਂ ਦੀ ਵੀ ਸਲਾਹ ਨੂੰ ਲਿਆ, ਹੁਣ ਆਪਣੇ ਭਰਾਵਾਂ ਕੋਲ ਪਹੁੰਚਿਆ। ਭਰਾਵਾਂ ਨੂੰ ਜਾ ਕੇ ਦੱਸਿਆ ਕਿ ਪਾਤਸ਼ਾਹ ਮੇਰੇ ਤੇ ਤੁਰਠੇ ਨੇ, ਮੈਨੂੰ ਦੱਸੋ ਮੈਂ ਕਿਹੜੀ ਮੰਗ ਮੰਗਾ। ਤੇ ਭਰਾ ਕਹਿਣ ਲੱਗੇ ਸਤਿਗੁਰਾਂ ਦੇ ਕੋਲੋਂ ਜ਼ਮੀਨ ਮੰਗ ਲਾ, ਆਪਾਂ ਖੇਤੀ ਕਰਾਂਗੇ। ਭਾਈ ਰੂਪਾ ਜੀ ਹੁਣ ਆਪਣੀ ਪਤਨੀ ਕੋ ਪਹੁੰਚਿਆ। ਪਤਨੀ ਨੂੰ ਪੁੱਛਿਆ ਭਾਗਵਾਨ ਨੇ, ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਕਹਿੰਦੇ ਜੋ ਮੰਗਣਾ ਮੰਗ ਲਵੋ। ਪਤਨੀ ਕਹਿਣ ਲੱਗੀ ਜੇ ਸਤਿਗੁਰੂ ਖੁਸ਼ ਹੋਏ ਨੇ, ਇਹਨਾਂ ਦੇ ਘਰ ਕੇਵਲ ਇੱਕ ਬੇਟੀ ਸੀ। ਪਤਨੀ ਕਹਿਣ ਲੱਗੀ ਕਿ ਸਤਿਗੁਰਾਂ ਦੇ ਕੋਲੋਂ ਇੱਕ ਪੁੱਤ ਮੰਗ ਲਓ। ਤੇ ਇਸਤਰੀਆਂ ਨੂੰ ਸੋਨੇ ਨਾਲ ਪਿਆਰ ਹੁੰਦਾ ਹੈ, ਤੇ ਨਾਲ ਹੀ ਕਹਿਣ ਲੱਗੀ ਕਿ ਪੁੱਤਰ ਦੇ ਨਾਲ ਬਹੁਤ ਸਾਰਾ ਸੋਨਾ ਵੀ ਮੰਗ ਲਿਓ। ਭਾਈ ਰੂਪਾ ਹੁਣ ਆਪਣੀ ਬੇਟੀ ਕੋ ਪਹੁੰਚਿਆ, ਜਿਹੜੀ ਬੇਟੀ ਗੁਰਬਾਣੀ ਨਾਲ ਜੁੜੀ ਹੈ। ਬੇਟੀ ਨੂੰ ਪੁੱਛਣਾ ਕਰਦਾ, ਧੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਨੇ ਸਾਡੇ ਤੇ, ਕਹਿੰਦੇ ਜੋ ਮੰਗਣਾ ਮੰਗ ਲਵੋ। ਬੇਟਾ ਤੂੰ ਦੱਸ ਮੈਂ ਸਤਿਗੁਰੂ ਕੋਲੋਂ ਕਿਹੜੀ ਮੰਗ ਮੰਗਾ। ਤੇ ਬੇਟੀ ਪੁੱਛਦੀ ਹੈ ਪਿਤਾ ਜੀ ਤੁਸਾਂ ਨੇ ਹੋਰ ਕਿੰਨਾ ਕਿੰਨਾ ਨੂੰ ਪੁੱਛਣਾ ਕੀਤਾ। ਤੇ ਪਿਤਾ ਦੱਸਦਾ ਕਿ ਮੇਰੇ ਦੋਸਤ ਕਹਿੰਦੇ ਨੇ ਕਿ ਫੌਜ ਮੰਗ ਲਾ। ਬੇਟੀ ਕਹਿਣ ਲੱਗੀ ਪਿਤਾ ਜੀ ਫੌਜ ਨਾ ਮੰਗਿਓ, ਕਿਉਂਕਿ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਫਿਰ ਪਿਤਾ ਕਹਿੰਦੇ ਮੇਰੇ ਭਰਾ ਕਹਿੰਦੇ ਨੇ ਕਿ ਜ਼ਮੀਨ ਮੰਗ ਲਵੋ। ਬੇਟੀ ਕਹਿਣ ਲੱਗੀ ਪਿਤਾ ਜੀ ਜਿਹੜੇ ਭਰਾ ਅੱਜ ਤੁਹਾਡੇ ਨਾਲ ਨੇ, ਇਹਨਾਂ ਭਰਾਵਾਂ ਨੇ ਹੀ ਜ਼ਮੀਨ ਦੀ ਖਾਤਰ ਤੁਹਾਡੇ ਨਾਲ ਲੜਨਾ ਹੈ, ਝਗੜਨਾ ਹੈ। ਸਤਿਗੁਰਾਂ ਕੋਲੋਂ ਜ਼ਮੀਨ ਵੀ ਨਾ ਮੰਗਿਓ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਦੇ ਵੀ ਬਚਨ ਨੇ, ਵੱਡੇ ਵੱਡੇ ਜੋ ਦੀਸੈ ਲੋਗ, ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵਲਾਈ। ਭੂਮੀਆਂ ਭੂਮ ਉਪਰ ਨਿਤ ਲੁਝੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੁਝੈ। ਜ਼ਮੀਨ ਦਾ ਮਾਲਕ ਜ਼ਮੀਨ ਦੀ ਖਾਤਰ ਲੜਾਈ ਝਗੜਾ ਕਰਦਾ, ਆਖਰ ਨੂੰ ਇਸ ਦੁਨੀਆ ਤੋਂ ਚਲੇ ਜਾਣੇ, ਪਰ ਉਹਦੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਬੇਟੀ ਸਮਝਾਉਂਦੀ ਹੈ ਪਿਤਾ ਜੀ ਜ਼ਮੀਨ ਨਾ ਮੰਗਿਓ। ਫਿਰ ਭਾਈ ਰੂਪਾ ਦੱਸਦੇ ਕਿ ਤੇਰੇ ਮਾਤਾ ਜੀ ਕਹਿੰਦੇ ਨੇ ਪੁੱਤ ਮੰਗ ਲਓ, ਸੋਨਾ ਮੰਗ ਲਓ। ਕਹਿਣ ਲੱਗੀ ਪਿਤਾ ਜੀ ਪੁੱਤਰ ਵੀ ਨਾ ਮੰਗਿਓ, ਸੋਨਾ ਵੀ ਨਾ ਮੰਗਿਓ। ਹੁਣ ਭਾਈ ਰੂਪਾ ਪੁੱਛਦਾ ਧੀਏ ਜੇ ਫੌਜ ਵੀ ਗੁਰੂ ਕੋ ਮੰਗੀਏ, ਨਾ ਜ਼ਮੀਨ ਵੀ ਨਾ ਮੰਗੀਏ, ਸੋਨਾ ਵੀ ਨਾ ਮੰਗੀਏ, ਪੁੱਤ ਵੀ ਨਾ ਮੰਗੀਏ, ਤੇ ਪੁੱਤ ਤੂੰ ਦੱਸ ਮੈਂ ਕਿਹੜੀ ਮੰਗ ਮੰਗਾ। ਤੇ ਬੇਟੀ ਕਹਿਣ ਲੱਗੀ ਕਿ ਸਤਿਗੁਰਾਂ ਦੇ ਕੋਲੋਂ ਜਿਹੜੀ ਸੇਵਾ ਆਪਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਤੋਂ ਕਰਦੇ ਆ ਰਹੇ ਹਾਂ, ਠੰਡੇ ਜਲ ਦੀ, ਇਹ ਸੇਵਾ ਦੀ ਦਾਤ ਮੰਗੋ, ਨਾਮ ਦੀ ਦਾਤ ਮੰਗੋ। ਭਾਈ ਰੂਪੇ ਨੇ ਆਪਣੀ ਬੱਚੀ ਦੀ ਗੱਲ ਨੂੰ ਮੰਨਿਆ। ਸਤਿਗੁਰਾਂ ਦੇ ਕੋਲ ਪਹੁੰਚ ਕੇ ਨਾ ਜ਼ਮੀਨ ਮੰਗੀ, ਨਾ ਫੌਜਾਂ ਮੰਗੀਆਂ, ਨਾ ਪੁੱਤਰ ਮੰਗਿਆ, ਨਾ ਸੋਨਾ ਮੰਗਿਆ। ਇਹੀ ਦਾਤ ਮੰਗੀ ਕਿ ਪਾਤਸ਼ਾਹ ਤੁਹਾਡੀ ਸੇਵਾ ਜਿਹੜੀ ਠੰਡੇ ਜਲ ਦੀ, ਆਪਾਂ ਜਿੱਥੇ ਵੀ ਸਮਾਗਮ ਕੀਰਤਨ ਕਥਾ ਸੰਗਤਾਂ ਜੁੜਦੀਆਂ ਨੇ, ਆਪਾਂ ਠੰਡੇ ਜਲ ਦੀ ਸੇਵਾ ਕਰਦੇ ਰਹੀਏ। ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ।
ਇਹ ਪਰਿਵਾਰ ਸੇਵਾ ਦੇ ਨਾਲ ਜੁੜਿਆ ਰਿਹਾ। ਆਪਾਂ ਵੀ ਗੁਰੂ ਪਾਤਸ਼ਾਹ ਦੇ ਕੋਲੋਂ ਸੇਵਾ ਦੀ ਦਾਤ, ਨਾਮ ਦੀ ਦਾਤ ਮੰਗਣੀ ਹੈ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਹੇ ਮਾਲਕ ਜੀ, ਮੈਂ ਕਦੇ ਵੀ ਤੁਹਾਨੂੰ ਭੁਲਾਵਾਂ ਨਾ, ਮੇਰੀ ਝੋਲੀ ਵਿੱਚ ਆਪਣਾ ਨਾਮ ਪਾ ਦਿਓ। ਦਿਨ ਰਾਤ ਮੈਂ ਤੁਹਾਡੇ ਗੁਣ ਜਿਹੜੇ ਨੇ ਉਹਨਾਂ ਨੂੰ ਗਾਉਂਦਾ ਰਵਾਂ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਸੋ ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ। ਸਤਿਗੁਰੂ ਨੇ ਜਿਨ੍ਹਾਂ ਵੀ ਜੀਵਾਂ ਤੇ ਆਪਣੀ ਮਿਹਰ ਕੀਤੀ, ਆਪਣੀ ਕਿਰਪਾ ਕੀਤੀ, ਉਹਨਾਂ ਨੂੰ ਆਪਣੇ ਨਾਮ ਵਿੱਚ, ਆਪਣੀ ਸੇਵਾ ਵਿੱਚ ਜੋੜ ਲਿਆ ਅਤੇ ਉਹ ਮਾਇਆ ਦੇ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਚੌਥੀ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ, ਆਤਮਿਕ ਆਨੰਦ ਪ੍ਰਾਪਤ ਕਰਦੇ ਨੇ। ਨਾਨਕ